Hello everyone, welcome to Victor's Knowledge. This is Sheenu Sharma. So today we are going to take up 19th August 2021's first shift sub-inspector paper. So starting with the first question from 19th August first shift. Actually the PDF that I have doesn't have all the questions. So JST से student ਦੇ ਕੋਲ 18 ਅਗਸਤ ਤੇ ਕਿਸੇ ਵੀ shift ਦਾ question paper ਹੋਵੇ ਸਬ ਇੰਸਪੈਕਟਰ ਐਗਜ਼ਾਮ ਦਾ ਤਾਂ ਤੁਸੀਂ ਮੈਨੂੰ ਈਮੇਲ ਦੇ ਵਿੱਚ ਭੇਜ ਦਿਓ on legalvictor02896@gmail.com। ਸੋ ਇਸ ਸ਼ਿਫਟ ਦੇ ਪੇਪਰ ਦੀ ਵੀ ਆਪਾਂ ਸ਼ੁਰੂਆਤ ਕਰ ਰਹੇ ਹਾਂ 10th ਕੁਐਸਚਨ ਤੋਂ। ਦੇਵ ਸਮਾਜ ਇੱਕ ਰਿਲੀਜੀਅਸ ਸੋਸ਼ਲ ਰਿਫਾਰਮ ਸੁਸਾਇਟੀ ਇਹਦੀ ਸਥਾਪਨਾ ਕੀਤੀ ਪੰਡਿਤ ਸ਼ਿਵ ਨਾਰਾਇਣ ਅਗਨੀਹੋਤਰੀ ਨੇ ਲਾਹੌਰ ਵਿੱਚ। ਕੁਐਸਚਨ ਹੈ ਕਿ ਸਥਾਪਨਾ ਕਿਹੜੇ ਸਾਲ ਚ ਕੀਤੀ। ਸੋ ਦ ਈਅਰ ਇਜ਼ 1887 1887। ਇੱਕ ਹੋਰ ਇੰਪੋਰਟੈਂਟ ਫੈਕਟ ਇਹਦੇ ਨਾਲ ਆਪਾਂ ਦੇਖਾਂਗੇ ਸਪੈਸ਼ਲੀ ਰਿਲੇਟਡ ਟੂ ਸ਼ਿਵ ਨਾਰਾਇਣ ਅਗਨੀਹੋਤਰੀ ਇੱਕ ਇੰਪੋਰਟੈਂਟ ਸੋਸ਼ਲ ਰਿਫਾਰਮ ਮੂਵਮੈਂਟ ਦਾ ਇਹ ਹਿੱਸਾ ਸੀ, ਲੀਡਿੰਗ ਚਿਹਰਾ ਸੀ, ਉਹਦਾ ਨਾਮ ਹੈ ਬ੍ਰਹਮੋ ਸਮਾਜ। ਸੋ ਪੇਪਰ ਦੇ ਵਿੱਚ ਬਹੁਤ ਵਾਰੀ ਨਾਮ ਆਇਆ ਹੈ ਕਿ ਬ੍ਰਹਮੋ ਸਮਾਜ ਦੇ which of the following is one of the leader। ਸੋ ਉੱਥੇ ਆਪਸ਼ਨ ਦੇ ਵਿੱਚ ਕਾਫੀ ਵਾਰੀ ਦਿੱਤਾ ਹੁੰਦਾ ਹੈ ਸ਼ਿਵ ਨਾਰਾਇਣ ਅਗਨੀਹੋਤਰੀ। ਸੋ ਤੁਸੀਂ ਯਾਦ ਰੱਖਣਾ ਹੈ। How many musical notes are there in Carnatic music? Indian art and culture ਦਾ basic question ਹੈ। ਆਰਟ ਫਾਰਮ ਦੇ ਵਿੱਚੋਂ ਮਿਊਜ਼ਿਕ ਨਾਲ ਰਿਲੇਟਡ ਕਰਨਾਟਕ ਮਿਊਜ਼ਿਕ ਦੇ ਵਿੱਚ 7 ਮਿਊਜ਼ੀਕਲ ਨੋਟ ਹੁੰਦੀਆਂ ਨੇ। ਆਪਸ਼ਨ 2 ਡਾਂਸ ਪਰਫਾਰਮਡ ਬਾਈ ਯੰਗ ਗਰਲ holding hand twirling around in circle with increasing speed। ਇਸ ਚੀਜ਼ ਨੂੰ ਆਪਾਂ ਕਹਿੰਦੇ ਆ ਕਿਕਲੀ ਤੇ ਪੰਜਾਬ ਦੇ ਵਿੱਚ ਵੀ ਬਹੁਤ ਮਸ਼ਹੂਰ ਹੈ। From the options given below choose the correct answer। ਇੰਦਰਾ ਗਾਂਧੀ ਕੈਨਾਲ ਸਭ ਤੋਂ ਵੱਡੀ ਭਾਰਤ ਦੀ ਸਿੰਚਾਈ ਦੀ ਇਰੀਗੇਸ਼ਨ ਦੀ ਕੈਨਾਲ ਹੈ ਇੰਡੀਆ ਦੇ ਅੰਦਰ। ਕਿਹੜੇ ਬੈਰੇਜ ਤੋਂ ਸਟਾਰਟ ਹੁੰਦੀ ਹੈ। ਸੋ ਇੰਦਰਾ ਗਾਂਧੀ ਕੈਨਾਲ ਸਟਾਰਟਸ ਫਰਮ ਹਰੀਕੇ ਬੈਰੇਜ। ਆਪਸ਼ਨ 2 ਟਰਾਂਸਜੈਂਡਰ ਪਰਸਨ ਪ੍ਰੋਟੈਕਸ਼ਨ ਆਫ ਰਾਈਟ ਐਕਟ 2019 ਇਸ ਐਕਟ ਨੂੰ ਪਾਸ ਕੀਤਾ ਗਿਆ ਸੀ। ਇਹਦੇ ਵਿੱਚ ਜੈਂਡਰ ਆਈਡੈਂਟੀਟੀ ਨੂੰ ਲੈ ਕੇ ਕਿਹੜੀ ਚੀਜ਼ ਦੀ ਅਲਾਉ ਕੀਤੀ ਸੀ। ਸੋ ਇਹਦੇ ਚ ਅਲਾਉ ਕੀਤਾ ਸੀ, ਪਰਮਿਸ਼ਨ ਦਿੱਤੀ ਸੀ ਸੈਲਫ ਪਰਸੈਪਸ਼ਨ ਦੀ। ਆਪਸ਼ਨ 3 ਦ ਫਿਲੌਰ ਫੋਰਟ which was originally a ਸਰਾਏ ਇਹਨੂੰ ਦੁਬਾਰਾ ਤੋਂ ਫੋਰਟ ਬਣਾਇਆ ਕਿਹੜੇ ਰੂਲਰ ਨੇ। ਸੋ ਸਰਾਏ ਫਿਲੌਰ ਫੋਰਟ ਨੂੰ ਇਸ ਚੀਜ਼ ਦੇ ਰੂਪ ਦੇ ਵਿੱਚ ਇਸਟੈਬਲਿਸ਼ ਕੀਤਾ, ਰੀਬਿਲਡ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ। ਆਪਸ਼ਨ 4 ਪੰਜਾਬ ਦੀ ਜੇ ਗੱਲ ਕਰੀਏ ਸੀ ਲੈਵਲ ਤੋਂ ਉਚਾਈ ਕਿੰਨੀ ਹੈ, ਐਵਰੇਜ ਐਲੀਵੇਸ਼ਨ ਕਿੰਨੀ ਹੈ। ਸੋ ਉਹ ਹੈ 300 ਮੀਟਰਸ ਤੇ ਇਸ ਚੀਜ਼ ਨੂੰ ਆਪਾਂ ਜਿਹੜਾ ਸ਼ਿਵਾਲਿਕ ਵਾਲਾ ਏਰੀਆ ਰੋਪੜ ਵਗੈਰਾ ਦੇ ਨਾਲ ਲੱਗਦਾ ਹੈ ਉੱਥੋਂ ਮੈਜ਼ਰ ਕਰਦੇ ਹਾਂ। ਨੈਕਸਟ ਕੁਐਸਚਨ ਲੋਕਲ ਸੈਲਫ ਗਵਰਨਮੈਂਟ ਤੋਂ ਪੁੱਛਿਆ ਹੋਇਆ ਰਿਲੇਟਡ ਟੂ ਪੰਚਾਇਤ। ਸੰਵਿਧਾਨ ਦੇ ਅਨੁਸਾਰ ਪੰਚਾਇਤ ਨੂੰ ਲੈ ਕੇ ਕਿਹੜੀ ਸਟੇਟਮੈਂਟ ਸਹੀ ਹੈ। ਸੋ ਇਹ ਦੋਨੋਂ ਸਟੇਟਮੈਂਟ ਹੀ ਬਿਲਕੁਲ ਸਹੀ ਨੇ। ਗ੍ਰਾਮ ਸਭਾ ਤੇ ਪੰਚਾਇਤ ਏਰੀਆ ਦੀ ਡੈਫੀਨੇਸ਼ਨ ਦੱਸੀ ਹੋਈ ਹੈ। ਰਾਈਟ ਆਨਸਰ ਹੀਅਰ ਇਜ਼ ਆਪਸ਼ਨ 3 ਬੋਥ 1 ਐਂਡ 2। ਹੁਣ ਤੁਸੀਂ ਪੇਪਰ ਦੇ ਲਈ ਆਰਟੀਕਲ ਜ਼ਰੂਰ ਤਿਆਰ ਕਰਕੇ ਜਾਣੇ ਨੇ ਕਿ ਕਿਹੜੀ ਪ੍ਰੋਵੀਜ਼ਨ ਹੈ, ਕਿਹੜਾ ਆਰਟੀਕਲ ਹੈ ਜਿਹਦੇ ਵਿੱਚ ਪੰਚਾਇਤ ਦੀ ਗੱਲ ਹੁੰਦੀ ਹੈ, ਮਿਊਨਿਸਪੈਲਿਟੀ ਦੀ ਕਿੱਥੇ ਗੱਲ ਹੁੰਦੀ ਹੈ। ਸੋ ਸੰਵਿਧਾਨ ਦਾ ਜਿਹੜਾ ਆਰਟੀਕਲ 243 ਹੈ ਉਰੋਂ ਪੰਚਾਇਤ ਦੀ ਸ਼ੁਰੂਆਤ ਹੁੰਦੀ ਹੈ। 243 ਦਾ ਜਿਹੜਾ ਕਲੌਜ਼ ਬੀ ਹੈ ਉਹ ਡੈਫੀਨੇਸ਼ਨ ਦਿੰਦਾ ਹੈ ਗ੍ਰਾਮ ਸਭਾ ਦੀ ਜਿਹੜੀ ਉਰੇ ਲਿਖੀ ਹੋਈ ਹੈ, ਤੇ 243 ਦਾ ਜਿਹੜਾ ਈ ਸਬਸੈਕਸ਼ਨ ਹੈ, ਈ ਕਲੌਜ਼ ਹੈ, ਸੌਰੀ not subsection, this is clause। ਸੋ ਜਿਹੜਾ E clause ਹੈ 243 ਦਾ ਉਹ ਗੱਲ ਕਰ ਰਿਹਾ ਹੈ ਪੰਚਾਇਤ ਏਰੀਆ ਦੀ। ਸੋ ਇਹ ਦੋਨੋਂ ਡੈਫੀਨੇਸ਼ਨਸ ਨੇ ਜਿਹੜੀਆਂ ਦਿੱਤੀਆਂ ਹੋਈਆਂ ਨੇ 243 ਆਰਟੀਕਲ ਚ। ਅਗਲਾ ਕੁਐਸਚਨ according to constitution of India which of the following pair of state legislature minimum age of membership is correct। ਉਰੇ ਲਿਖਿਆ ਹੋਇਆ ਲੈਜਿਸਲੇਟਿਵ ਅਸੈਂਬਲੀ ਦੀ ਇਲੈਕਸ਼ਨ ਲੜਨ ਦੇ ਲਈ ਇਹਦਾ ਮੈਂਬਰ ਬਣਨ ਦੇ ਲਈ ਤੁਹਾਡੀ ਉਮਰ ਘੱਟੋ ਘੱਟ 30 ਸਾਲ ਹੋਣੀ ਚਾਹੀਦੀ ਹੈ। ਲੈਜਿਸਲੇਟਿਵ ਕਾਉਂਸਲ ਲਈ ਘੱਟੋ ਘੱਟ 25। ਸੋ ਇਹ ਓਪੋਜ਼ਿਟ ਹੈ, ਅਸੈਂਬਲੀ ਦੇ ਲਈ 25 ਤੇ ਕਾਉਂਸਲ ਦੇ ਲਈ 30। ਸੋ ਰਾਈਟ ਆਨਸਰ ਕੀ ਹੈ ਆਪਸ਼ਨ 1 ਨੀਦਰ 1 not 2। Next is who among the following wrote historical romance novel such as ਸੁੰਦਰੀ, ਸਤਵੰਤ ਕੌਰ, ਬਾਬਾ ਨੌਧ ਸਿੰਘ। ਸੋ ਇਹ ਸਾਰੀਆਂ ਚੀਜ਼ਾਂ ਨੂੰ ਲਿਖਿਆ ਹੋਇਆ ਹੈ ਵੀਰ ਸਿੰਘ ਨੇ। ਆਪਸ਼ਨ 2 ICAR Central Potato Research Center ਕਿਹੜੇ ਸ਼ਹਿਰ ਵਿੱਚ ਲੋਕੇਟਡ ਹੈ। ਸੋ this is located in Shimla। ਆਪਸ਼ਨ 4 ਬਾਰ ਕਾਉਂਸਲ ਆਫ ਇੰਡੀਆ ਦੇ ਰੂਲ ਦੇ ਅਨੁਸਾਰ ਐਡਵੋਕੇਟ ਦੀ ਇੱਕ ਵਕੀਲ ਦੀ ਆਪਣੇ ਕਲਾਇੰਟ ਦੇ ਪ੍ਰਤੀ ਕਿਹੜੀ ਡਿਊਟੀ ਨਹੀਂ ਬਣਦੀ। ਸੋ ਉਹ ਹੈ ਆਪਸ਼ਨ 3
advocate shall ensure getting a favorable ruling for his client। सो ये कोई भी ड्यूटी नहीं है, एडवोकेट अपनी बेस्ट कैपेसिटी ਦੇ ਵਿੱਚ ਕੇਸ ਲੜਦਾ ਹੈ ਇੱਕ ਕਲਾਇੰਟ ਦਾ, ਫਿਰ ਜਿਵੇਂ ਜੁਡੀਸ਼ਰੀ ਨੂੰ ਸਹੀ ਲੱਗਦਾ ਹੈ, ਜਿਵੇਂ ਜੱਜਿਸ ਨੂੰ ਸਹੀ ਲੱਗਦਾ ਹੈ ਐਸ ਪਰ ਲਾਅ, ਉਸ ਹਿਸਾਬ ਨਾਲ ਜੱਜਿਸ ਰੂਲਿੰਗ ਦਿੰਦੇ ਨੇ। ਉਰੇ ਐਡਵੋਕੇਟ ਕੋਈ ਸ਼ੋਰਿਟੀ ਨਹੀਂ ਦੇ ਸਕਦਾ ਕਿ ਇਹੀ ਡੈਫੀਨੇਟਲੀ ਡਿਸੀਜਨ ਆਊਗਾ ਆਪਣੇ ਕਲਾਇੰਟ ਨੂੰ। ਕਿਹੜੀ ਸਾਇੰਸ ਦੀ ਥਿਊਰੀ ਹੈ ਜਿਹੜੀ ਇਹ ਕਹਿੰਦੀ ਹੈ ਕਿ ਕਿਸੇ ਵੀ ਫਲੂਇਡ ਦੀ ਜਿਹੜੀ ਸਪੀਡ ਹੈ, ਜਿਵੇਂ ਆਪਾਂ ਉਹਦੇ 'ਚ ਸਟੈਟਿਕ ਪ੍ਰੈਸ਼ਰ ਹੈ ਜਿਹੜਾ ਇੱਕ ਜਗ੍ਹਾ ਦੇ ਉੱਤੇ ਕੋਈ ਪ੍ਰੈਸ਼ਰ ਆਪਾਂ ਦਿੰਦੇ ਆ ਉਹਨੂੰ ਡਿਕਰੀਜ਼ ਕਰਦੇ ਆ, ਉਵੇਂ ਉਵੇਂ ਉਹ ਫਲੂਇਡ ਦੀ ਸਪੀਡ ਇਨਕਰੀਜ਼ ਹੁੰਦੀ ਰਹੂਗੀ ਔਰ ਵਿਦ ਦ ਡਿਕਰੀਜ਼ ਆਫ ਫਲੂਇਡਸ ਪੋਟੈਂਸ਼ੀਅਲ એનર્ਜੀ, ਜਾਂ ਜੇ ਆਪਾਂ ਫਲੂਇਡ ਦੀ ਪੋਟੈਂਸ਼ੀਅਲ એનર્ਜੀ ਨੂੰ ਘਟਾ ਦਈਏ ਤਾਂ ਉਹਦੀ ਸਪੀਡ ਇਨਕਰੀਜ਼ ਹੋਊਗੀ। ਇਹ ਥਿਊਰੀ ਹੈ ਬਰਨੌਲੀ ਪ੍ਰਿੰਸੀਪਲ ਦੀ, ਆਪਸ਼ਨ 1। ਜੇ ਬਰਨੌਲੀ ਪ੍ਰਿੰਸੀਪਲ ਦੀ ਆਪਾਂ ਐਪਲੀਕੇਸ਼ਨ ਦੀ ਗੱਲ ਕਰੀਏ ਤਾਂ ਸਭ ਤੋਂ ਬੇਸਿਕ ਜਿਹੜੀ ਐਪਲੀਕੇਸ਼ਨ ਹੈ ਉਹ ਆਪਾਂ ਦੇਖਦੇ ਹਾਂ 에ਅਰਪਲੇਨ ਵਿੰਗਸ ਦੇ ਵਿੱਚ, ਸੇਲ ਬੋਟ ਵਿੱਚ ਜਾਂ ਬੇਸਬਾਲ ਕਰਵ ਹੋ ਗਿਆ। ਅਗਲਾ ਕੁਐਸਚਨ ਹੈ IIFCL ਦੀ ਫੁੱਲ ਫਾਰਮ ਕੀ ਹੈ? ਇਹਦੀ ਫੁੱਲ ਫਾਰਮ ਹੈ ਇੰਡੀਆ ਇਨਫਰਾਸਟ੍ਰਕਚਰ ਫਾਈਨੈਂਸ ਕੰਪਨੀ ਲਿਮਿਟਿਡ। ਨੈਕਸਟ ਇਜ਼ which of the following section of Companies Amendment Act 2020, एक करंट अफेयर बेस्ड क्वेश्चन है, लीगल रीजनिंग का क्वेश्चन भी कह सकते हो, ਜਿਹਦੇ ਅੰਦਰ ਸੈਂਟਰ ਗਵਰਨਮੈਂਟ ਨੂੰ ਪਾਵਰ ਦਿੱਤੀ ਹੈ ਟੂ ਰਿਕੁਆਇਰ ਸੱਚ ਕਲਾਸ ਔਰ ਕਲਾਸਿਸ ਆਫ ਅਨਲਿਸਟਡ ਕੰਪਨੀ ਟੂ ਪ੍ਰਿਪੇਅਰ ਪੀਰੀਓਡਿਕ ਫਾਈਨੈਂਸ਼ੀਅਲ ਰਿਜ਼ਲਟ। ਇਹਦੇ ਵਿੱਚ ਸੈਂਟਰ ਗਵਰਨਮੈਂਟ ਕਿਸੇ ਵੀ ਅਨਲਿਸਟਡ ਕੰਪਨੀ ਦੀ ਇੱਕ ਪਾਰਟਿਕੂਲਰ ਕਲਾਸ ਜਾਂ ਫਿਰ ਗਰੁੱਪ ਆਫ ਕਲਾਸਿਸ ਤੋਂ ਟਾਈਮ ਟੂ ਟਾਈਮ ਉਹਨਾਂ ਦੇ ਫਾਈਨੈਂਸ਼ੀਅਲ ਰਿਜ਼ਲਟ ਦੀ ਇੱਕ ਪੂਰੀ ਦੀ ਪੂਰੀ ਸਟੇਟਮੈਂਟ ਮੰਗ ਸਕਦੀ ਹੈ। ਸੋ ਇਹਦੇ ਲਈ ਜਿਹੜਾ ਨਵਾਂ ਸੈਕਸ਼ਨ ਐਡ ਕੀਤਾ ਹੈ ਕੰਪਨੀਜ਼ ਐਕਟ ਦੇ ਅੰਦਰ ਉਹ ਹੈ ਸੈਕਸ਼ਨ 129A ਆਪਸ਼ਨ। ਮੈਸਕਟ ਫੀਫੀ ਇਜ਼ ਅਨਵੀਲਡ ਫॉर ਵਿਚ ਫੇਮਸ ਸਪੋਰਟਸ ਇਵੈਂਟ? ਸੋ ਇਹ ਸੀ ਏਸ਼ੀਅਨ ਪੈਰਾ ਗੇਮਸ ਦਾ ਆਪਸ਼ਨ 3। ਤੇ ਜੇ ਆਪਾਂ ਸਾਲ 2022 ਦੀ ਗੱਲ ਕਰੀਏ, ਇਹ ਈਅਰ ਦੇ ਨਾਲ ਰਿਲੇਟਡ ਏਸ਼ੀਅਨ ਪੈਰਾ ਗੇਮਸ ਦਾ ਇਵੈਂਟ ਬਹੁਤ ਇੰਪੋਰਟੈਂਟ ਹੈ ਤੇ ਇਸ ਸਾਲ ਦਾ 2022 ਦਾ ਏਸ਼ੀਆ ਪੈਰਾ ਗੇਮਸ ਇਵੈਂਟ ਆਰਗੇਨਾਈਜ਼ ਕਰਵਾ ਰਹੀ ਹੈ ਚਾਈਨਾ, ਤੇ ਚਾਈਨਾ ਦੇ ਵਿੱਚ ਹੈਂਗਜ਼ੋਊ ਜਿਹੜੀ ਸਿਟੀ ਹੈ ਉੱਥੇ ਹੋ ਰਹੀਆਂ ਨੇ। ਪਹਿਲਾਂ 2010 ਵਿੱਚ ਜਿਹੜੀ ਗੁਆਨਜ਼ਾਓ ਸਿਟੀ ਹੈ ਸਭ ਤੋਂ ਪਹਿਲਾਂ ਏਸ਼ੀਅਨ ਪੈਰਾ ਗੇਮਸ ਚਾਈਨਾ ਦੀਆਂ ਉੱਥੇ ਹੋਈਆਂ। ਸੋ ਹੁਣ ਹੈਂਗਜ਼ੋਊ ਸਿਟੀ ਸੈਕਿੰਡ ਚਾਈਨੀਜ਼ ਸਿਟੀ ਬਣੀ ਹੈ ਏਸ਼ੀਅਨ ਪੈਰਾ ਗੇਮਸ ਕਰਵਾਉਣ ਵਾਲੀ। ਅਗਲਾ ਹੈ ਵਿਚ ਆਫ ਥੀਸ ਪ੍ਰਿੰਸਲੀ ਸਟੇਟਸ ਆਫ ਪੰਜਾਬ ਬਿਕੇਮ ਪਾਰਟ ਆਫ ਹਰਿਆਣਾ? ਸੋ ਇਹਨਾਂ ਦੇ ਵਿੱਚ ਲੋਹਾਰੂ ਸਟੇਟ ਹੈ, ਇਹ ਪ੍ਰਿੰਸਲੀ ਸਟੇਟਸ ਦੀ ਪੰਜਾਬ ਦੀ ਜਿਹੜੀ ਬਾਅਦ ਵਿੱਚ ਹਰਿਆਣਾ ਦਾ ਹਿੱਸਾ ਬਣੀ। Which of these scientists can be credited with discovery of law of conservation of mass? ਇਸ ਚੀਜ਼ ਨੂੰ ਡਿਸਕਵਰ ਕੀਤਾ ਹੈ ਐਂਟੋਇਨੇ ਲੈਵੋਇਜ਼ਰ ਨੇ, ਆਪਸ਼ਨ 1। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਪਿਛਲੇ ਸਾਲ ਅਨਾਉਂਸ ਕੀਤਾ ਸੀ ਕਿ PM ਗਰੀਬ ਕਲਿਆਣ ਯੋਜਨਾ ਜਿਹੜੀ ਉਹਨੂੰ ਐਕਸਟੈਂਡ ਕਰਨ ਜਾ ਰਹੇ ਨੇ। Which of the following statement is correct regarding the scheme? ਸਭ ਤੋਂ ਪਹਿਲੀ ਸਟੇਟਮੈਂਟ ਕਹਿ ਰਹੀ ਹੈ ਕਿ ਜਿਹੜੀ ਇਹ ਸਕੀਮ ਹੈ ਇੱਕ ਫੂਡ ਸਿਕਿਉਰਿਟੀ ਵੈਲਫੇਅਰ ਸਕੀਮ ਹੈ, ਗਰੀਬਾਂ ਦੇ ਲਈ ਫੂਡ ਸਿਕਿਉਰਿਟੀ ਨੂੰ ਲਿਆਂਦੀ ਹੋਈ ਸਕੀਮ ਹੈ। ਇਟ ਹੈਜ਼ ਬੀਨ ਐਕਸਟੈਂਡਡ ਟਿਲ 31 ਦਸੰਬਰ 2021। ਇਹ ਡੇਟ ਉਰੇ ਗਲਤ ਹੈ, ਇਹਨੂੰ ਐਕਸਟੈਂਡ ਕਰਤਾ ਸਤੰਬਰ 2022 ਤੱਕ। ਸੋ ਆਪਸ਼ਨ 1 ਓਨਲੀ 1। Who excavated Dholavira site of Indus Valley Civilization 1967? ਸੋ ਇਸ ਸਾਈਟ ਨੂੰ ਐਕਸਕੇਵੇਟ ਕੀਤਾ ਸੀ JP ਜੋਸ਼ੀ, ਆਪਸ਼ਨ 3। ਜੂਨ 2020 ਵਿੱਚ PM ਗਰੀਬ ਕਲਿਆਣ ਰੋਜ਼ਗਾਰ ਅਭਿਆਨ ਕਿਹਦੇ ਲਈ ਲਾਂਚ ਕੀਤਾ ਗਿਆ ਸੀ? ਸੋ ਕੋਵਿਡ-19 ਪੈਂਡੈਮਿਕ ਦਾ ਜਦੋਂ ਪੀਕ ਚੱਲ ਰਿਹਾ ਸੀ ਉਦੋਂ ਮਾਈਗ੍ਰੈਂਟ ਵਰਕਰਸ ਦੇ ਲਈ ਜਿਹੜੇ ਇੱਕ ਸਟੇਟ 'ਚ ਆਪਣਾ ਕੰਮ ਛੱਡ ਕੇ ਆਪਣੀ ਜਿਹੜੀ ਹੋਮ ਸਟੇਟ ਹੈ ਉੱਥੇ ਜਾ ਰਹੇ ਸੀ, ਉਹਨਾਂ ਦੇ ਲਈ ਇਸ ਸਕੀਮ ਨੂੰ ਲਾਂਚ ਕੀਤਾ ਗਿਆ। ਨੈਕਸਟ ਕੁਐਸਚਨ ਇਜ਼ 22 ਜੂਨ 2021 ਦੀਆਂ ਰੈਂਕਿੰਗਸ ਦੇ ਅਨੁਸਾਰ ਭਾਰਤੀ ਕ੍ਰਿਕਟ ਟੀਮ ਦਾ ICC ਇੰਟਰਨੈਸ਼ਨਲ ਕ੍ਰਿਕਟ ਟੀਮ ਟੈਸਟ ਰੈਂਕਿੰਗ ਵਿੱਚ ਕਿਹੜੀ ਪੋਜੀਸ਼ਨ ਸੀ? ਸੋ ਇੰਡੀਆ ਸਟੂਡ ਐਟ ਸੈਕਿੰਡ ਪੋਜੀਸ਼ਨ, ਆਪਸ਼ਨ 2। ਪੰਜਾਬ ਦੇ ਅੰਦਰ ਮੋਸਟਲੀ ਰੇਨੀ ਸੀਜ਼ਨ ਕਿਹੜੇ ਮਹੀਨੇ ਤੋਂ ਕਿੱਥੋਂ ਤੱਕ ਦੇਖਿਆ ਜਾਂਦਾ ਹੈ? ਸੋ ਅਰਲੀ ਜੁਲਾਈ ਤੋਂ ਸ਼ੁਰੂ ਹੋ ਕੇ ਸਤੰਬਰ ਤੱਕ, ਆਪਸ਼ਨ 3। ਇਹਨਾਂ ਚਾਰਾਂ ਦੇ ਵਿੱਚੋਂ ਫੇਮਸ ਸਿਤਾਰ ਪਲੇਅਰ ਕੌਣ ਹੈ? ਇੰਪੋਰਟੈਂਟ ਆਰਟ ਐਂਡ ਕਲਚਰ ਦਾ ਕੁਐਸਚਨ ਹੈ। ਫੇਮਸ ਸਿਤਾਰ ਪਲੇਅਰ ਹੈ ਸ਼ਾਹਿਦ ਪਰਵੇਜ਼, ਆਪਸ਼ਨ 4। ਹਾਈ ਕੋਰਟ ਬੀਇੰਗ ਅ ਕੋਰਟ ਆਫ ਰਿਕਾਰਡ, ਉਹਦੇ ਕੋਲ ਇਨਹੈਰੈਂਟ ਪਾਵਰ ਹੈ ਕਿ ਜੇ ਕੋਈ ਹਾਈ ਕੋਰਟ ਦਾ ਡਿਸੀਜਨ ਨਾ ਮੰਨੇ ਤਾਂ ਉਹਨੂੰ ਕੰਟੈਂਪਟ ਦੇ ਲਈ ਐਗਜ਼ੀਕਿਊਟ ਕਰ ਸਕਦੀ ਹੈ। ਆਲਸੋ ਜੇ ਕੋਈ ਸਬਆਰਡੀਨੇਟ ਕੋਰਟ ਕੋਈ ਵੀ ਹਾਈ ਕੋਰਟ ਦੀ ਐਕਸਪ੍ਰੈਸ ਪ੍ਰੋਵੀਜ਼ਨ ਨਹੀਂ ਮੰਨਦੀ ਜਾਂ ਫਿਰ ਕੋਈ ਵੀ ਹੋਰ ਹਾਈ ਕੋਰਟ ਦਾ ਆਰਡਰ ਜਜਮੈਂਟ ਨੂੰ ਫੋਲੋ ਨਹੀਂ ਕਰਦੀ ਤਾਂ ਉੱਥੇ ਵੀ ਕੰਟੈਂਪਟ ਆਫ ਕੋਰਟ ਦੇ ਲਈ ਆਪਾਂ
ਜਿਹੜੀ ਸਬਆਰਡੀਨੇਟ ਕੋਰਟ ਹੈ ਉਹਦੇ ਉੱਤੇ ਕੇਸ ਕਰ ਸਕਦੇ ਹਾਂ। ਇਹ ਕਿਹੜੇ ਕੇਸ ਦੇ ਵਿੱਚ ਕਿਹਾ ਸੀ? ਹਾਈ ਕੋਰਟ ਨੂੰ ਐਜ਼ ਅ ਕੋਰਟ ਆਫ ਰਿਕਾਰਡ ਕਿਹੜੀ ਇੰਪੋਰਟੈਂਟ ਜਜਮੈਂਟ ਦੇ ਵਿੱਚ ਡਿਕਲੇਅਰ ਕੀਤਾ ਸੀ? ਸੋ ਦਿਸ ਵਾਸ ਹੈਲਡ ਇਨ ਰੀ ਵਿਨੇ ਚੰਦਰ ਮਿਸ਼ਰਾ AIR 1995 ਸੁਪਰੀਮ ਕੋਰਟ ਦਾ ਇਹ ਕੇਸ ਨੰਬਰ ਹੈ। ਕੁਝ ਇੰਪੋਰਟੈਂਟ ਲੈਂਡਮਾਰਕ ਜਜਮੈਂਟਸ ਹੁੰਦੀਆਂ ਨੇ ਜਦੋਂ ਵੀ ਤੁਸੀਂ ਪੋਲਿਟੀ ਤਿਆਰ ਕਰਨੀ ਹੈ ਉਹਦੇ ਅੰਦਰ, ਜਾਂ ਸਪੈਸ਼ਲੀ ਸਬ ਇੰਸਪੈਕਟਰ ਪੇਪਰ ਦੇ ਲਈ ਜਦੋਂ ਤੁਸੀਂ ਲੀਗਲ ਰੀਜ਼ਨਿੰਗ ਕਰ ਰਹੇ ਹੋ ਤਾਂ ਤੁਸੀਂ ਉੱਤੇ 1 by 1 ਕੀ ਕਰਨਾ ਹੈ? ਸਿੰਪਲੀ ਗੂਗਲ ਦੇ ਉੱਤੇ ਕਨਸਟੀਟਿਊਸ਼ਨ ਲਿਖ ਕੇ, ਇੰਡੀਅਨ ਪੀਨਲ ਕੋਡ ਲਿਖ ਕੇ ਲੈਂਡਮਾਰਕ ਜਜਮੈਂਟਸ ਉੱਤੇ ਭਰਨਾ ਹੈ। ਉੱਥੇ ਸੁਪਰੀਮ ਕੋਰਟ ਦੀਆਂ ਜਿੰਨੀਆਂ ਵੀ ਇਸ ਟਾਈਪ ਦੀਆਂ ਇੰਪੋਰਟੈਂਟ ਪ੍ਰੀਵੀਅਸ ਈਅਰਸ ਦੀਆਂ ਡਿਸੀਜਨ ਹੁੰਦੇ ਨੇ, ਕੋਈ ਕਨਸਟੀਟਿਊਸ਼ਨਲ ਬੈਂਚ ਦਾ ਡਿਸੀਜਨ ਹੁੰਦਾ ਹੈ, ਸਾਰਿਆਂ ਦੀ ਇਕੱਠੀ ਤੁਹਾਨੂੰ ਈਜ਼ੀਲੀ ਲਿਸਟ ਮਿਲ ਜੂਗੀ। ਸੋ ਸਪੈਸ਼ਲੀ ਸਬ ਇੰਸਪੈਕਟਰ ਦੇ ਅੰਦਰ ਲੀਗਲ ਰੀਜ਼ਨਿੰਗ ਦਾ ਜਿਹੜਾ ਪਾਰਟ ਹੈ ਉਹਦੇ ਵਿੱਚ ਇਸ ਟਾਈਪ ਦੇ ਲੈਂਡਮਾਰਕ ਕੇਸਿਸ ਤੁਸੀਂ ਜ਼ਰੂਰ ਤਿਆਰ ਕਰਕੇ ਜਾਣੇ ਆ। ਸੰਵਿਧਾਨ ਦਾ ਜਿਹੜਾ 6ਵਾਂ ਸ਼ਡਿਊਲ ਹੈ ਉਹਦੇ ਵਿੱਚ ਕੁਝ ਟ੍ਰਾਈਬਲ ਏਰੀਆਜ਼ ਦੀ ਗੱਲ ਕੀਤੀ ਹੈ, ਟ੍ਰਾਈਬਲ ਸਟੇਟਸ ਦੀ। ਇਹਨਾਂ ਚਾਰਾਂ ਦੇ ਵਿੱਚੋਂ ਕਿਹੜੀ ਸਟੇਟ ਉਹਦੇ ਵਿੱਚ ਨਹੀਂ ਇਨਕਲੂਡਡ? ਸੋ ਉਹਦੇ ਵਿੱਚ 4 ਸਟੇਟਸ ਨੇ, ਇਹਨਾਂ ਵਿੱਚੋਂ ਮਨੀਪੁਰ ਇਜ਼ ਨਾਟ ਇਨਕਲੂਡਡ, ਆਪਸ਼ਨ 3, ਐਂਡ ਦੇ ਆਰ ਅਸਮ, ਤ੍ਰਿਪੁਰਾ, ਮੇਘਾਲਿਆ ਐਂਡ ਮਿਜ਼ੋਰਮ। ਨੈਕਸਟ ਹੈ ਕਿਹੜੇ ਸ਼ਡਿਊਲ ਦੇ ਵਿੱਚ ਫਰਸਟ ਅਮੈਂਡਮੈਂਟ ਆਫ 1951 ਤੋਂ ਬਾਅਦ ਇੰਟਰੋਡਿਊਸ ਕੀਤਾ ਗਿਆ ਸੀ? ਸੋ ਉਹ ਸੀ 9th ਸ਼ਡਿਊਲ, ਜਿਹਨੂੰ ਪਹਿਲੀ ਹੀ ਅਮੈਂਡਮੈਂਟ ਕਰਕੇ ਸੰਵਿਧਾਨ ਜਦੋਂ ਤਿਆਰ ਕੀਤਾ ਗਿਆ ਉਸ ਤੋਂ ਬਾਅਦ ਜਦੋਂ ਪਹਿਲੀ 1951 ਦੇ ਵਿੱਚ ਅਮੈਂਡਮੈਂਟ ਕੀਤੀ ਉਹਦੇ ਨਾਲ ਹੀ ਇਸ ਸ਼ਡਿਊਲ ਨੂੰ ਐਡ ਕਰਤਾ ਸੀ। ਪੈਨਮੈਨ ਮੌਂਟੇਟ ਇਕੁਏਸ਼ਨ ਕਿਸ ਚੀਜ਼ ਨੂੰ ਮੈਜ਼ਰ ਕਰਨ ਦੇ ਲਈ, ਮਾਪਣ ਦੇ ਲਈ ਵਰਤੀ ਜਾਂਦੀ ਹੈ? ਸੋ ਇਹ ਇਕੁਏਸ਼ਨ ਵਰਤਦਿਆਂ ਪੋਟੈਂਸ਼ੀਅਲ ਇਵੈਪੋਟ੍ਰਾਂਸਪੀਰੇਸ਼ਨ ਦੇ ਲਈ, ਆਪਸ਼ਨ 3। ਰੌਕ ਸ਼ੈਲਟਰ ਆਫ ਭੀਮਬੇਟਕ, ਅ ਲੋਅਰ ਪੈਲੋਲਿਥਿਕ ਸਾਈਟ, ਇਹਨੂੰ ਵਰਲਡ ਹੈਰੀਟੇਜ ਸਾਈਟ ਕਿਹੜੇ ਸਾਲ 'ਚ ਡਿਕਲੇਅਰ ਕੀਤਾ ਸੀ? ਸੋ ਭੀਮਬੇਟਕ ਰੌਕ ਸ਼ੈਲਟਰ ਨੂੰ 2003 ਵਿੱਚ, ਆਪਸ਼ਨ 2। When was Indira Gandhi shot by her 2 Sikh security guard? Indira Gandhi was shot by her 2 Sikh security guards on 31st October 1984, option 3. According to which of the following article of Indian Constitution, ਰਾਸ਼ਟਰਪਤੀ ਕਿਸੇ ਵੀ ਪਰਸਨ ਨੂੰ ਜੋ ਉਹਨਾਂ ਨੂੰ ਲੱਗਦਾ ਹੈ ਕਿ ਸੁਪਰੀਮ ਕੋਰਟ ਦੇ ਇੱਕ ਜੱਜ ਅਪਾਇੰਟ ਹੋਣ ਦੇ ਲਈ ਕੁਆਲੀਫਾਈਡ ਹੈ ਉਹਨੂੰ ਅਟਾਰਨੀ ਜਨਰਲ ਆਫ ਇੰਡੀਆ ਨਿਯੁਕਤ ਕਰ ਸਕਦੇ ਨੇ। ਸੋ ਅਟਾਰਨੀ ਜਨਰਲ ਆਫ ਇੰਡੀਆ ਦੀ ਅਪਾਇੰਟਮੈਂਟ ਲਈ ਆਰਟੀਕਲ ਹੈ ਸੰਵਿਧਾਨ ਦੇ ਅੰਦਰ 76(1), ਆਪਸ਼ਨ 1। ਐਵਰੀ ਚਾਈਲਡ ਮੈਰਿਜ, ਅਗੇਨ ਲੀਗਲ ਰੀਜ਼ਨਿੰਗ ਦਾ ਕੁਐਸਚਨ ਹੈ, ਜਾਂ ਤੁਸੀਂ ਇਹਨੂੰ ਡਾਇਵਰਸਿਟੀ ਵਾਲਾ ਜਿਹੜਾ ਟੌਪਿਕ ਹੈ ਉਹਦੇ ਨਾਲ ਰਿਲੇਟ ਕਰ ਸਕਦੇ ਹੋ। ਜਿੰਨੇ ਵੀ ਲਾਜ਼ ਚਾਹੇ ਤੁਹਾਨੂੰ ਪੈਸੇਜ ਬੇਸਡ ਆਏ ਨੇ, ਚਾਹੇ ਇਸ ਟਾਈਪ ਨਾਲ ਸਿੰਗਲ ਕੁਐਸਚਨ ਆਇਆ ਹੈ, ਜਿੰਨੇ ਵੀ ਲਾਜ਼ ਲੈਜਿਸਲੇਸ਼ਨ ਤੁਹਾਨੂੰ ਵਿਮਨ, ਚਾਈਲਡ ਜਾਂ ਡਿਸੇਬਲਡ ਪਰਸਨ ਨਾਲ ਰਿਲੇਟਡ ਆਏ ਨੇ, ਜਾਂ ਫਿਰ SC ST ਨਾਲ, ਇਹ ਸਾਰੇ ਦੇ ਸਾਰੇ ਜਿਹੜਾ ਅਵੇਅਰਨੈਸ ਵਾਲਾ ਟੌਪਿਕ ਹੈ ਸਬ ਇੰਸਪੈਕਟਰ ਦਾ ਉਹਦੇ ਵਿੱਚੋਂ ਆਏ। Every child marriage, whether solemnized before or after the commencement of Prohibition of Child Marriage Act, ਕੋਈ ਵੀ ਵਿਆਹ ਚਾਈਲਡ ਮੈਰਿਜ ਐਕਟ 2006 ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਕਰਵਾਇਆ ਗਿਆ ਹਰ ਬਾਲ ਵਿਵਾਹ, ਤਾਂ ਉਹਦੀ ਹੁਣ ਲੀਗਲ ਨੇਚਰ ਕੀ ਰਹੂਗੀ? ਕਿ ਉਹ ਵਿਆਹ ਵॉइड ਹੈ, ਬਿਲਕੁਲ ਰੱਦ ਹੈ, ਉਹਦੀ ਕੋਈ ਲੀਗਲ ਰੈਲੇਵੈਂਸ ਨਹੀਂ ਹੈ, ਕੋਈ ਇਫੈਕਟ ਨਹੀਂ ਹੈ, ਜਾਂ ਉਹ ਵਿਆਹ ਨੂੰ ਵੈਲਿਡ ਮੰਨਾਂਗੇ? ਸੋ ਉਹ ਵਿਆਹ ਵॉइडेबल ਹੈ ਜੇ ਪਾਰਟੀਜ਼ ਚਾਹਣ ਜਿਨ੍ਹਾਂ ਦੇ ਵਿਚਕਾਰ ਵਿਆਹ ਹੋਇਆ, ਜਿਹੜੀਆਂ ਕੰਟਰੈਕਟਿੰਗ ਪਾਰਟੀ ਸੀ, ਜੇ ਉਹ ਚਾਹਣ ਤਾਂ ਉਸ ਵਿਆਹ ਨੂੰ ਰੱਦ ਕਰਾ ਸਕਦੀਆਂ ਨੇ, ਅਦਰਵਾਈਜ਼ ਉਹ ਵਿਆਹ ਸਬਸਿਸਟ ਰਹੂਗਾ, ਉਸੇ ਤਰ੍ਹਾਂ ਵੈਲਿਡ ਰਹੂਗਾ। ਸੋ voidable at the option of contracting party who was a child, ਜੋ ਬੱਚਾ ਸੀ ਬਾਲ ਵਿਆਹ ਦੇ ਅੰਦਰ, ਉਹਦੀ ਮਰਜ਼ੀ ਹੈ ਕਿ ਉਹ ਉਸ ਵਿਆਹ ਨੂੰ ਰੱਦ ਕਰਵਾਉਣਾ ਚਾਹੁੰਦਾ ਹੈ ਜਾਂ ਫਿਰ ਨਹੀਂ। Which of the following company has been selected by NASA to build first ever cellular network on moon? So A company ਚੁਣੀ ਹੈ Nokia, option 1. ਕੇਰਲਾ ਦੇ ਵਿੱਚ ਇਹਨਾਂ ਚੋਂ ਟਿਪੀਕਲੀ ਕਿਹੜਾ ਫੈਸਟੀਵਲ, ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ? ਸੋ ਉਹ ਹੈ ਓਨਮ, option 4. ਜਿਹੜੀ ਸੈਕਿੰਡ ਆਪਸ਼ਨ ਹੈ ਬਿਹੂ, ਬਿਹੂ is related to Assam. Name the first Indian Prime Minister to resign from office. So ਉਹ ਸੀ ਮੁਰਾਰਜੀ ਦੇਸਾਈ, option 4. ਕਿਹੜੇ ਭਾਰਤੀ ਕ੍ਰਿਕਟਰ ਹੈ ਜਿਨ੍ਹਾਂ ਨੇ ਅਨਾਉਂਸ ਕੀਤੀ ਹੈ ਇੰਟਰਨੈਸ਼ਨਲ ਕ੍ਰਿਕਟ ਤੋਂ ਰਿਟਾਇਰਮੈਂਟ ਅਗਸਤ 2020? ਸੋ ਉਹ ਨੇ ਸੁਰੇਸ਼ ਰਾਇਨਾ, option 2.
Which amendment of Indian Constitution has reduced the minimum age? ਇਹ क्वेश्चन बार बार पेपर च आਉਂਦਾ, ਚਾਹੇ ਕੋਈ ਵੀ क्वेश्चन पेपर ਚੱਕ ਕੇ ਦੇਖ ਲਓ, ਇੰਡੀਆ ਲੈਵਲ ਦਾ एग्जाम है, पंजाब स्टेट ਦਾ पेपर है, बार बार रिपीट ਹੁੰਦਾ। ਘੱਟੋ ਘੱਟ ਏਜ VOTING ਦੀ ਭਾਰਤ ਦੇ ਅੰਦਰ 21 ਤੋਂ 18, ਸੋ ਇਹ 3 ਸਾਲ ਘਟਾਈ। ਕਿਹੜੀ ਅਮੈਂਡਮੈਂਟ ਨੇ ਸੰਵਿਧਾਨ ਦੀ, ਉਹ ਕਿਹੜੀ ਅਮੈਂਡਮੈਂਟ ਹੈ ਜਿਹਦੇ ਨਾਲ VOTING ਏਜ 18 ਸਾਲ ਕਰਤੀ? ਸੋ ਉਹ ਹੈ 61st ਅਮੈਂਡਮੈਂਟ ਆਪਸ਼ਨ 2। ਕਈ ਵਾਰੀ ਪੇਪਰ 'ਚ ਇਸ ਅਮੈਂਡਮੈਂਟ ਦਾ ਈਅਰ ਵੀ ਆਇਆ, ਸੋ ਵੀ ਤੁਸੀਂ ਯਾਦ ਰੱਖਣਾ ਹੈ 1989। Which among the following is a large Chalcolithic settle? Chalcolithic settlement, this is related to copper age। ਇਹ ਜਿਹੜੀ ਨਿਓਲਿਥਿਕ ਤੇ ਬ੍ਰੌਂਜ਼ ਏਜ ਸੀ ਉਹਦੇ ਵਿਚਕਾਰ ਦੀ ਇੱਕ ਟ੍ਰਾਂਜੀਸ਼ਨਲ ਏਜ ਕਹਿੰਦੇ ਆ, ਜਦੋਂ ਨਿਓਲਿਥਿਕ ਤੋਂ ਬ੍ਰੌਂਜ਼ ਤੱਕ ਪਹੁੰਚੀ ਸੀ एंशिएंट इंडिया के अंदर। सो विचकार एक कॉपर एज सी जिहदा नाम सी चैल्कोलिथिक। सो चैल्कोलिथिक सैटलमेंट दी सब तो वड्डी सैटलमेंट सी घग्गर ऑप्शन 2। चरणदास सिद्धू नूं साहित्य अकैडमी अवार्ड मिलिया किहड़े प्ले लई? सो ओ प्ले सी भगत सिंह शहीद नाटक टिकरी ऑप्शन 2। विच कंट्री टॉप रैंकिंग ऑफ 2021 वर्ल्ड प्रेस फ्रीडम इंडेक्स? सो ए टॉप कीता नॉर्वे ऑप्शन 2। ਤੇ ਲਾਸਟ ਕੁਐਸਚਨ ਅੱਜ ਦੀ ਆਪਣੀ 7th ਪਾਰਟ ਦਾ, ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ NRLM, ਇਹਦੇ ਕੁਝ ਗਾਈਡਿੰਗ ਪ੍ਰਿੰਸੀਪਲ ਨੇ। ਇਹਨਾਂ ਚਾਰਾਂ ਦੇ ਵਿੱਚੋਂ ਇੱਕ ਗਾਈਡਿੰਗ ਪ੍ਰਿੰਸੀਪਲ ਕਿਹੜਾ ਹੈ ਜੋ ਰਾਈਟ ਹੈ ਰਿਲੇਟਡ ਟੂ ਦਿਸ ਮਿਸ਼ਨ? ਸੋ ਦ ਰਾਈਟ ਵਨ ਇਜ਼ ਆਪਸ਼ਨ 3। poor have innate capabilities and strong desire to come out of poverty। ਇਸ ਮਿਸ਼ਨ ਦਾ ਮੰਨਣਾ ਹੈ ਕਿ ਜਿਹੜੇ ਗਰੀਬ ਨੇ ਉਹਨਾਂ ਦੇ ਅੰਦਰ ਇੰਨੀ क्षमता ਹੁੰਦੀ ਹੈ ਤੇ ਇੱਕ ਸਟਰੋਂਗ ਡਿਜ਼ਾਇਰ ਹੁੰਦੀ ਹੈ, ਇੱਛਾ ਹੁੰਦੀ ਹੈ ਕਿ ਉਹ ਗਰੀਬੀ ਤੋਂ ਬਾਹਰ ਆਉਣਾ ਚਾਹੁੰਦੇ ਨੇ। ਸੋ ਆਪਸ਼ਨ 3 is the right answer। This was all about today's lecture. Thank you and good luck।